इजराइल ਨੂੰ ਹਰਾਉਣ ਦੀ ਅਰਬ ਦੇਸ਼ਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਯਹੂਦੀਆਂ ਦੇ ਲਈ ਇਹ ਕਰੋ ਜਾਂ ਮਰੋ ਵਰਗੇ ਹਾਲਾਤ ਸਨ। ਮੁੱਠੀ ਪਰ ਯਹੂਦੀਆਂ ਨੇ ਅਰਬ ਦੇਸ਼ਾਂ ਨੂੰ ਪਿੱਛੇ ਹਟਣ ਤੇ ਮਜਬੂਰ ਕਰ ਦਿੱਤਾ। ਦੁਨੀਆ ਭਰ ਵਿੱਚ ਯਹੂਦੀ ਸਿੱਖਾਂ ਦੀ ਗਿਣਤੀ ਨਾਲੋਂ ਵੀ ਘੱਟ ਨੇ। ਯਹੂਦੀਆਂ ਦਾ ਮੰਨਣਾ ਹੈ ਕਿ ਸਾਇੰਸ, ਟੈਕਨੋਲੋਜੀ ਅਤੇ ਪੜ੍ਹਾਈ ਲਿਖਾਈ ਨਾਲ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾਓ कि तुहाडी घट गिणती होने के बावजूद भी लोग तुहाडे तो खौफ खान। इजराइल की खुफिया एजेंसी मोसाद दुनिया की तेज तर्राक खुफिया एजेंसियों विचों एक मनी जाती है। दुनिया के इस हिस्से विच 100 साल तो भी ज़्यादा समय तो खूनी संघर्ष क्यों हुंदा आया है। अरब और पश्चिमी देशों के नाल चंगे संबंध रखने वाला भारत किस पासे है। ये खबर तो तुहाडे कन्नां तक पहुंची होएगी कि दुनिया के एक हिस्से विच जंग जारी है। मासूम बच्चों तो लैके बजुर्ग अते औरतां सब तो ज़्यादा प्रभावित ने। हालात ये ने कि 10 दिन के अंदर ही हज़ारां जानां चलियां गईयां। वड्डी आबादी पीण दे पानी, खाण अते मैडिकल सुविधावां की कमी कारण किसी भी पल मौत आने के खौफ विच जिउ रही है। ਅਸੀਂ ਗੱਲ ਕਰ ਰਹੇ ਹਾਂ इजराइल ਅਤੇ हमास ਦੇ ਵਿਚਾਲੇ ਜਾਰੀ ਜੰਗ ਦੀ। मैं ਹਾਂ ਦਲੀਪ ਸਿੰਘ। ਮਿਡਲ ਈਸਟ ਵਿੱਚ ਜਾਰੀ ਇਸ ਜੰਗ ਦੇ ਦੌਰਾਨ ਤੁਸੀਂ ਕਈ ਸ਼ਬਦ ਸੁਣੇ ਹੋਣਗੇ, ਜਿਵੇਂ ਕਿ ਗਾਜ਼ਾ ਪੱਟੀ, ਵੈਸਟ ਬੈਂਕ, ਹਮਾਸ, ਯਰੂਸ਼ਲਮ, ਆਇਰਨ ਡੋਮ, ਮੋਸਾਦ ਖੁਫੀਆ ਏਜੰਸੀ। ਅਸੀਂ ਇਹਨਾਂ ਦਾ ਮਤਲਬ ਵੀ ਦੱਸਣ ਦੀ ਕੋਸ਼ਿਸ਼ ਕਰਾਂਗੇ ਅਤੇ ਇਹ ਵੀ ਕੋਸ਼ਿਸ਼ ਕਰਾਂਗੇ ਸਮਝਣ ਅਤੇ ਸਮਝਾਉਣ ਦੀ ਕਿ ਆਖਿਰ ਦੁਨੀਆ ਦੇ ਇਸ ਹਿੱਸੇ ਵਿੱਚ 100 ਸਾਲ ਤੋਂ ਵੀ ਜ਼ਿਆਦਾ ਸਮੇਂ ਤੋਂ ਖੂਨੀ ਸੰਘਰਸ਼ ਕਿਉਂ ਹੁੰਦਾ ਆਇਆ ਹੈ ਅਤੇ ਇਹ ਹੁਣ ਤੱਕ ਦੇ ਸਭ ਤੋਂ ਬੁਰੇ ਦੌਰ ਵਿੱਚ ਕਿਉਂ ਹੈ। ਅੰਗਰੇਜ਼ਾਂ ਦੇ ਦੌਰ ਵਿੱਚ ਜਿਵੇਂ ਭਾਰਤ ਪਾਕਿਸਤਾਨ ਦੀ ਵੰਡ ਹੋਈ, ਉਸੇ ਤਰ੍ਹਾਂ ਦਾ ਕਨੈਕਸ਼ਨ ਇੱਥੇ ਵੀ ਹੈ। ਕਿਹੜੇ-ਕਿਹੜੇ ਪੱਛਮੀ ਮੁਲਕ ਇਜ਼ਰਾਈਲ ਦੇ ਸਮਰਥਨ ਵਿੱਚ ਨੇ ਅਤੇ ਕਿਹੜੇ ਅਰਬ ਮੁਲਕ ਇਜ਼ਰਾਈਲ ਦੇ ਖਿਲਾਫ ਨੇ। ਅਤੇ ਸਭ ਤੋਂ ਅਹਿਮ ਸਵਾਲ ਇਹ ਵੀ ਕਿ ਇਸ ਹਾਲਤ ਵਿੱਚ ਅਰਬ ਅਤੇ ਪੱਛਮੀ ਦੇਸ਼ਾਂ ਦੇ ਨਾਲ ਚੰਗੇ ਸੰਬੰਧ ਰੱਖਣ ਵਾਲਾ ਭਾਰਤ ਕਿਸ ਪਾਸੇ ਹੈ। ਸਭ ਤੋਂ ਪਹਿਲਾਂ ਗੱਲ ਮੌਜੂਦਾ ਹਾਲਾਤ ਦੀ ਕਰਦੇ ਹਾਂ। ਫਿਲਿਸਤੀਨ ਦੇ ਅੱਤਵਾਦੀ ਸੰਗਠਨ ਕਹੇ ਜਾਣ ਵਾਲੇ ਹਮਾਸ ਨੇ 7 ਅਕਤੂਬਰ ਨੂੰ ਗਾਜ਼ਾ ਬਾਰਡਰ ਦੇ ਕੋਲ ਇਜ਼ਰਾਈਲ ਦੇ ਕਿਬੁਤਜ਼ ਰੀਮ ਵਿੱਚ ਹੋ ਰਹੇ ਮਿਊਜ਼ਿਕ ਫੈਸਟੀਵਲ ਨੂੰ ਨਿਸ਼ਾਨਾ ਬਣਾਇਆ। ਇਸ ਫੈਸਟੀਵਲ ਵਿੱਚ ਵੱਡੀ ਗਿਣਤੀ ਵਿੱਚ ਲੋਕ ਪਹੁੰਚੇ ਹੋਏ ਸੀ। ਹਮਾਸ ਦੇ ਲੜਾਕਿਆਂ ਨੇ ਗਾਜ਼ਾ ਅਤੇ ਇਜ਼ਰਾਈਲ ਨੂੰ ਵੰਡਣ ਵਾਲੀ ਚਾਰ ਦੀਵਾਰੀ ਅਤੇ ਕੰਡਿਆਲੀਆਂ ਤਾਰਾਂ ਨੂੰ ਵੀ ਪਾਰ ਕੀਤਾ। ਉਹਨਾਂ ਨੇ ਅਜਿਹੇ ਪੈਰਾਸ਼ੂਟ ਦਾ ਇਸਤੇਮਾਲ ਕੀਤਾ ਜਿਸ ਵਿੱਚ ਇੱਕ ਜਾਂ ਦੋ ਲੋਕਾਂ ਨੂੰ ਲੈ ਕੇ ਜਾਣ ਦੀ ਸਮਰੱਥਾ ਹੋਵੇ। ਹਮਾਸ ਨੇ ਸੰਗੀਤ ਦਾ ਆਨੰਦ ਮਾਣ ਰਹੇ ਲੋਕਾਂ ਤੇ ਅੰਨ੍ਹੇਵਾਹ ਫਾਇਰਿੰਗ ਕੀਤੀ। ਇਸ ਫੈਸਟੀਵਲ ਵਿੱਚ ਵੇਖਦੇ ਹੀ ਵੇਖਦੇ 250 ਤੋਂ ਜ਼ਿਆਦਾ ਲਾਸ਼ਾਂ ਵਿਛ ਗਈਆਂ। ਲੋਕ ਗੱਡੀਆਂ ਜਾਂ ਫਿਰ ਪੈਦਲ ਹੀ ਭੱਜਦੇ ਦਿਖਾਈ ਦਿੱਤੇ। ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ ਵਿੱਚ ਔਰਤਾਂ ਨੂੰ ਜਬਰਨ ਚੁੱਕ ਕੇ ਲੈ ਕੇ ਜਾਣ ਦੀਆਂ ਘਟਨਾਵਾਂ ਵੀ ਦੇਖੀਆਂ ਗਈਆਂ। ਇਸ ਗੱਲ ਤੋਂ ਇਜ਼ਰਾਈਲ ਇੰਨਾ ਖਫਾ ਹੋਇਆ ਕਿ ਗਾਜ਼ਾ ਪੱਟੀ ਵਿੱਚ ਸਰਗਰਮ ਸੰਗਠਨ ਹਮਾਸ ਦੇ ਖਿਲਾਫ ਜੰਗ ਸ਼ੁਰੂ ਕਰ ਦਿੱਤੀ। ਹੁਣ ਗੱਲ ਇਸ ਝਗੜੇ ਦੇ ਪਿੱਛੇ ਦੀ ਕਹਾਣੀ ਦੀ। ਇਸ ਦੇ ਲਈ ਤੁਹਾਨੂੰ ਲੈ ਕੇ ਚੱਲਦੇ ਹਾਂ 100 ਸਾਲ ਪਿੱਛੇ। ਇਹ ਜੋ ਇਲਾਕਾ ਸੀ, ਪਹਿਲਾਂ ਇਸ ਨੂੰ ਫਿਲਿਸਤੀਨ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਇੱਥੇ ਰਾਜ ਸੀ ਉਸਮਾਨੀਆ ਸਲਤਨਤ ਜਾਂ ਆਟੋਮਨ ਐਮਪਾਇਰ ਦਾ। ਵਰਲਡ ਵਾਰ 1 ਦੇ ਦੌਰਾਨ ਇਸ ਸਲਤਨਤ ਨੂੰ ਬ੍ਰਿਟੇਨ ਨੇ ਹਰਾ ਦਿੱਤਾ ਅਤੇ ਫਿਲਿਸਤੀਨ ਦੇ ਨਾਮ ਨਾਲ ਜਾਣਿਆ ਜਾਣ ਵਾਲਾ ਇਹ ਇਲਾਕਾ ਆ ਗਿਆ ਅੰਗਰੇਜ਼ੀ ਹਕੂਮਤ ਦੇ ਹੱਥਾਂ ਵਿੱਚ। ਇੱਥੇ ਯਹੂਦੀ ਘੱਟ ਗਿਣਤੀ ਸਨ ਅਤੇ ਅਰਬ ਬਹੁ ਗਿਣਤੀ। ਇਹਨਾਂ ਦੋਨੋਂ ਭਾਈਚਾਰਿਆਂ ਦੇ ਵਿਚਾਲੇ ਉਸ ਵੇਲੇ ਤਣਾਅ ਵਧਣਾ ਸ਼ੁਰੂ ਹੋਇਆ ਜਦੋਂ ਕੌਮਾਂਤਰੀ ਭਾਈਚਾਰੇ ਨੇ ਬ੍ਰਿਟੇਨ ਨੂੰ ਫਿਲਿਸਤੀਨ ਦੇ ਅੰਦਰ ਯਹੂਦੀਆਂ ਦੇ ਲਈ ਇੱਕ ਮੁਲਕ ਦਾ ਨਿਰਮਾਣ ਕਰਨ ਦਾ ਕੰਮ ਸੌਂਪਿਆ। ਸਾਲ 1917 ਵਿੱਚ ਦੁਨੀਆ ਦੇ ਸਾਹਮਣੇ ਆਇਆ ਬਾਲਫੋਰ ਡਿਕਲੇਰੇਸ਼ਨ। ਆਰਥਰ ਬਾਲਫੋਰ ਬ੍ਰਿਟੇਨ ਦੇ ਵਿਦੇਸ਼ ਮੰਤਰੀ ਸਨ, ਜਿਨ੍ਹਾਂ ਨੇ ਨਵੰਬਰ 1917 ਨੂੰ ਬ੍ਰਿਟਿਸ਼ ਸੰਸਦ ਵਿੱਚ ਇਹ ਐਲਾਨ ਕੀਤਾ ਕਿ ਯਹੂਦੀਆਂ ਦੇ ਲਈ ਇਜ਼ਰਾਈਲ ਨਾਮ ਦਾ ਇੱਕ ਦੇਸ਼ ਬ੍ਰਿਟਿਸ਼ ਸਰਕਾਰ ਬਣਾਉਣਾ ਚਾਹੁੰਦੀ ਹੈ, ਜਿੱਥੇ ਦੁਨੀਆ ਭਰ ਦੇ ਯਹੂਦੀ ਜਾ ਕੇ ਵਸ ਸਕਣ। ਇਸ ਐਲਾਨ ਦੇ ਬਾਅਦ ਫਿਲਿਸਤੀਨ ਵਿੱਚ ਯਹੂਦੀਆਂ ਦੀ ਗਿਣਤੀ ਲਗਾਤਾਰ ਵੱਧਦੀ ਗਈ। ਸਾਲ 1920 ਤੋਂ 1940 ਦੇ ਵਿਚਾਲੇ ਯਹੂਦੀਆਂ ਦੀ ਗਿਣਤੀ ਬੇਤਹਾਸ਼ਾ ਵਧੀ। ਇਸ ਵਿੱਚ ਬਹੁਤ ਵੱਡੀ ਗਿਣਤੀ ਉਹਨਾਂ ਯਹੂਦੀ ਲੋਕਾਂ ਦੀ ਸੀ ਜੋ ਯੂਰਪ ਵਿੱਚ ਖਾਸ ਕਰ ਦੂਜੇ ਵਿਸ਼ਵ ਜੰਗ ਦੇ ਦੌਰਾਨ ਹਿਟਲਰ ਤੋਂ ਬਚ ਕੇ ਆਏ ਸੀ। ਉਸ ਵੇਲੇ ਲੱਖਾਂ ਯਹੂਦੀਆਂ ਨੂੰ
ਹਿਟਲਰ ਨੇ ਗੈਸ ਚੈਂਬਰ ਵਿੱਚ ਬੰਦ ਕਰ ਦਰਦਨਾਕ ਮੌਤ ਦਿੱਤੀ ਸੀ। ਉਸ ਦੌਰ ਵਿੱਚ ਫਿਲਿਸਤੀਨ ਵਿੱਚ ਅਰਬ ਅਤੇ ਯਹੂਦੀ ਲੋਕ ਆਪਸ ਵਿੱਚ ਲੜਨ ਲੱਗੇ। ਨਾਰਾਜ਼ਗੀ ਬ੍ਰਿਟੇਨ ਦੇ ਖਿਲਾਫ ਵੀ ਸੀ। ਫਿਰ ਸਾਲ ਆਇਆ 1947 ਦਾ, ਜਦੋਂ ਸੰਯੁਕਤ ਰਾਸ਼ਟਰ ਨੇ ਫਿਲਿਸਤੀਨ ਨੂੰ ਯਹੂਦੀ ਰਾਸ਼ਟਰ ਅਤੇ ਅਰਬ ਰਾਸ਼ਟਰ ਵਿੱਚ ਵੰਡਣ ਦਾ ਫੈਸਲਾ ਕੀਤਾ। ਉਸ ਵੇਲੇ ਯਰੂਸ਼ਲਮ ਬਣ ਗਿਆ ਅੰਤਰਰਾਸ਼ਟਰੀ ਸ਼ਹਿਰ। ਅੱਗੇ ਤੁਹਾਨੂੰ ਦੱਸਾਂਗੇ ਕਿ ਯਰੂਸ਼ਲਮ ਸ਼ਹਿਰ ਇੰਨਾ ਖਾਸ ਕਿਉਂ ਹੈ। ਅਰਬ ਲੋਕਾਂ ਨੇ ਇਸ ਗੱਲ ਨੂੰ ਕਦੇ ਨਹੀਂ ਮੰਨਿਆ ਕਿ ਉਹਨਾਂ ਦੇ ਦੇਸ਼ ਵਿੱਚ ਇੱਕ ਹੋਰ ਦੇਸ਼ ਬਣਾ ਦਿੱਤਾ ਜਾਵੇ, ਉਹੀ ਯਹੂਦੀ ਦੇਸ਼ ਜਿਸ ਨੂੰ ਅੱਜ ਅਸੀਂ ਇਜ਼ਰਾਈਲ ਦੇ ਨਾਮ ਨਾਲ ਜਾਣਦੇ ਹਾਂ। ਸਾਲ 1948 ਆਇਆ। ਸਮੱਸਿਆ ਗੰਭੀਰ ਹੁੰਦੀ ਦੇਖ ਬ੍ਰਿਟੇਨ ਨੇ ਉੱਥੋਂ ਨਿਕਲਣ ਦਾ ਫੈਸਲਾ ਕੀਤਾ। ਠੀਕ ਉਸੇ ਤਰ੍ਹਾਂ ਜਿਵੇਂ ਹਿੰਦੁਸਤਾਨ ਛੱਡਦੇ ਹੋਏ ਇਸ ਦੀ ਵੰਡ ਕੀਤੀ ਅਤੇ ਪਾਕਿਸਤਾਨ ਨਾਮ ਦਾ ਮੁਲਕ ਦੁਨੀਆ ਸਾਹਮਣੇ ਆਇਆ। ਬ੍ਰਿਟੇਨ ਦੇ ਫਿਲਿਸਤੀਨ ਵਿੱਚੋਂ ਜਾਂਦੇ ਹੀ ਯਹੂਦੀ ਆਗੂਆਂ ਨੇ ਇਜ਼ਰਾਈਲ ਨਾਮ ਦੇ ਮੁਲਕ ਦਾ ਐਲਾਨ ਕਰ ਦਿੱਤਾ, ਜਿੱਥੇ ਦੁਨੀਆ ਭਰ ਵਿੱਚ ਫੈਲੇ ਯਹੂਦੀ ਆ ਕੇ ਰਹਿ ਸਕਣ। ਜਿਵੇਂ ਹੀ ਇਜ਼ਰਾਈਲ ਦਾ ਐਲਾਨ ਹੋਇਆ, ਉਸ ਦੇ ਅਗਲੇ ਹੀ ਦਿਨ 5 ਅਰਬ ਮੁਲਕ ਲੈਬਨਾਨ, ਸੀਰੀਆ, ਇਰਾਕ, ਇਜਿਪਟ ਨੇ ਹਮਲਾ ਕਰ ਦਿੱਤਾ। ਸਾਊਦੀ ਅਰਬ ਨੇ ਵੀ ਫੌਜਾਂ ਭੇਜੀਆਂ। ਉਹ ਫੌਜਾਂ ਇਜਿਪਟ ਦੇ ਨਾਲ ਲੜੀਆਂ। ਉਸ ਸਮੇਂ ਲੱਖਾਂ ਫਿਲਿਸਤੀਨੀਆਂ ਨੂੰ ਆਪਣੇ ਘਰ ਛੱਡਣੇ ਪਏ, ਜਿਸ ਨੂੰ ਇਤਿਹਾਸ ਵਿੱਚ ਅਲ ਨਕਬਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਲ ਨਕਬਾ ਦਾ ਮਤਲਬ ਹੈ ਕਿ ਅਰਬ ਇਜ਼ਰਾਈਲ ਜੰਗ ਵਿੱਚ ਫਿਲਿਸਤੀਨੀਆਂ ਤੋਂ ਉਹਨਾਂ ਦਾ ਦੇਸ਼ ਹੀ ਖੁੰਝ ਗਿਆ। ਜਦੋਂ ਤੱਕ ਲੜਾਈ ਖਤਮ ਹੋਈ, ਉਸ ਵੇਲੇ ਤੱਕ ਇਜ਼ਰਾਈਲ ਨੇ ਲਗਭਗ ਪੂਰੇ ਇਲਾਕੇ ਤੇ ਕਬਜ਼ਾ ਕਰ ਲਿਆ। ਉਸ ਦੌਰ ਵਿੱਚ ਇਜਿਪਟ ਗਾਜ਼ਾ ਪੱਟੀ ਤੇ ਕਬਜ਼ਾ ਕਰ ਸਕਿਆ ਅਤੇ ਵੈਸਟ ਬੈਂਕ ਤੇ ਜਾਰਡਨ ਨੇ ਕਬਜ਼ਾ ਕਰ ਲਿਆ। ਉਸ ਵੇਲੇ ਯਰੂਸ਼ਲਮ ਦਾ ਪੱਛਮੀ ਹਿੱਸਾ ਇਜ਼ਰਾਈਲ ਦੇ ਕਬਜ਼ੇ ਵਿੱਚ ਰਿਹਾ ਅਤੇ ਪੂਰਬੀ ਹਿੱਸਾ ਜਾਰਡਨ ਦੇ ਕਬਜ਼ੇ ਵਿੱਚ। ਕਿਉਂਕਿ ਕਿਸੇ ਤਰ੍ਹਾਂ ਦਾ ਸ਼ਾਂਤੀ ਸਮਝੌਤਾ ਨਹੀਂ ਹੋਇਆ ਸੀ, ਤਾਂ ਵਕਤ ਆਇਆ ਸਾਲ 1967 ਦਾ ਵੀ। ਉਸ ਦੌਰ ਵਿੱਚ ਇਜ਼ਰਾਈਲ ਨੇ ਹੋਰ ਮਜ਼ਬੂਤੀ ਦਿਖਾਈ। ਸਾਲ 1967 ਵਿੱਚ ਇਜ਼ਰਾਈਲ ਅਤੇ ਅਰਬ ਦੇਸ਼ਾਂ ਦੇ ਵਿਚਾਲੇ ਜੰਗ ਛਿੜ ਗਈ, ਜੋ 6 ਦਿਨਾਂ ਤੱਕ ਚੱਲੀ। ਉਸ ਵੇਲੇ ਅਰਬ ਦੇਸ਼ਾਂ ਦਾ ਮਕਸਦ ਸੀ ਸਾਲ 1948 ਵਿੱਚ ਹੋਂਦ ਵਿੱਚ ਆਏ ਇਜ਼ਰਾਈਲ ਦਾ ਵਜੂਦ ਖਤਮ ਕਰਨਾ। ਪਰ ਇਸ ਜੰਗ ਵਿੱਚ ਅਰਬ ਦੇਸ਼ਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇੱਕ ਪਾਸੇ ਇਜਿਪਟ, ਸੀਰੀਆ ਅਤੇ ਜਾਰਡਨ ਵਰਗੇ ਵੱਡੇ ਮੁਲਕ ਸੀ, ਤਾਂ ਦੂਜੇ ਪਾਸੇ ਇਕੱਲਾ ਇਜ਼ਰਾਈਲ ਸੀ। ਇਸ ਸੰਘਰਸ਼ ਵਿੱਚ ਇਜ਼ਰਾਈਲ ਦੀ ਜਿੱਤ ਹੋਈ। ਇਸ ਵਾਰ ਇਜ਼ਰਾਈਲ ਨੇ ਪੂਰਬੀ ਯਰੂਸ਼ਲਮ ਅਤੇ ਵੈਸਟ ਬੈਂਕ ਤੇ ਕਬਜ਼ਾ ਕਰ ਲਿਆ। ਹਮਲਾ ਕਰਨ ਆਏ ਸੀਰੀਆ ਦੀ ਗੋਲਾਨ ਪਹਾੜੀਆਂ ਤੇ ਵੀ ਕਬਜ਼ਾ ਕਰ ਲਿਆ। ਇਜ਼ਰਾਈਲ ਨੇ ਇਜਿਪਟ ਤੋਂ ਗਾਜ਼ਾ ਪੱਟੀ ਤਾਂ ਹਾਸਿਲ ਕਰ ਹੀ ਲਈ, ਨਾਲ ਹੀ ਇਜਿਪਟ ਦੇ ਸਿਨਾਈ ਇਲਾਕੇ ਤੇ ਵੀ ਕਬਜ਼ਾ ਕਰ ਲਿਆ। ਇਹ ਜੰਗ ਵੀ ਅਰਬ ਦੇਸ਼ ਹਾਰ ਗਏ। ਉਸ ਵੇਲੇ ਫਿਲਿਸਤੀਨੀ ਲੋਕ ਗਾਜ਼ਾ ਪੱਟੀ ਅਤੇ ਵੈਸਟ ਬੈਂਕ ਤੱਕ ਸੀਮਿਤ ਰਹਿ ਗਏ। ਬਾਕੀ ਬਚੇ ਖੁਚੇ ਲੋਕ ਗੁਆਂਢੀ ਮੁਲਕਾਂ ਜਾਰਡਨ, ਸੀਰੀਆ, ਲੈਬਨਾਨ ਵਿੱਚ ਰਿਫਿਊਜੀ ਬਣ ਕੇ ਰਹਿਣ ਲੱਗੇ। ਇੱਥੇ ਇੱਕ ਗੱਲ ਹੋਰ ਧਿਆਨ ਦੇਣ ਵਾਲੀ ਹੈ ਕਿ ਇਜ਼ਰਾਈਲ ਨੂੰ ਹਰਾਉਣ ਦੀ ਅਰਬ ਦੇਸ਼ਾਂ ਨੇ ਹਰ ਸੰਭਵ ਕੋਸ਼ਿਸ਼ ਕੀਤੀ, ਪਰ ਯਹੂਦੀਆਂ ਦੇ ਲਈ ਇਹ ਕਰੋ ਜਾਂ ਮਰੋ ਵਰਗੇ ਹਾਲਾਤ ਸਨ। ਕਿਉਂਕਿ ਜੇਕਰ ਉਹ ਇੱਕ ਵਾਰ ਆਪਣੀ ਜ਼ਮੀਨ ਗਵਾ ਦਿੰਦੇ ਤਾਂ ਉਹਨਾਂ ਨੂੰ ਦੁਨੀਆ ਭਰ ਵਿੱਚ ਕੋਈ ਨਹੀਂ ਪੁੱਛਣ ਵਾਲਾ ਸੀ। ਮੁੱਠੀ ਭਰ ਯਹੂਦੀਆਂ ਨੇ ਅਰਬ ਦੇਸ਼ਾਂ ਨੂੰ ਪਿੱਛੇ ਹਟਣ ਤੇ ਮਜਬੂਰ ਕਰ ਦਿੱਤਾ। ਇੱਕ ਦਿਲਚਸਪ ਗੱਲ ਹੋਰ ਵੀ ਹੈ ਕਿ ਦੁਨੀਆ ਭਰ ਵਿੱਚ ਯਹੂਦੀ ਸਿੱਖਾਂ ਦੀ ਗਿਣਤੀ ਨਾਲੋਂ ਵੀ ਘੱਟ ਨੇ। ਯਹੂਦੀਆਂ ਦਾ ਮੰਨਣਾ ਹੈ ਕਿ ਸਾਇੰਸ, ਟੈਕਨੋਲੋਜੀ ਅਤੇ ਪੜ੍ਹਾਈ ਲਿਖਾਈ ਨਾਲ ਆਪਣੇ ਆਪ ਨੂੰ ਇੰਨਾ ਮਜ਼ਬੂਤ ਬਣਾਓ ਕਿ ਤੁਹਾਡੀ ਘੱਟ ਗਿਣਤੀ ਹੋਣ ਦੇ ਬਾਵਜੂਦ ਵੀ ਲੋਕ ਤੁਹਾਡੇ ਤੋਂ ਖੌਫ ਖਾਣ। ਦੁਨੀਆ ਦੇ ਮਹਾਨ ਵਿਗਿਆਨੀ ਅਲਬਰਟ ਆਇਨਸਟਾਈਨ ਵੀ ਯਹੂਦੀ ਸੀ। ਹਿਟਲਰ ਦੇ ਡਰ ਤੋਂ ਉਹਨਾਂ ਨੇ ਪੱਛਮੀ ਮੁਲਕਾਂ ਵਿੱਚ ਸ਼ਰਨ ਲਈ। ਹਿਟਲਰ ਯਹੂਦੀਆਂ ਦਾ ਖਾਤਮਾ ਕਿਉਂ ਕਰਨਾ ਚਾਹੁੰਦਾ ਸੀ, ਇਸ ਦੀ ਕਹਾਣੀ ਕਦੇ ਹੋਰ ਦੱਸਾਂਗੇ। ਹੁਣ ਗੱਲ ਹਮਾਸ ਦੀ। ਕੁਝ ਸਾਲ ਪਹਿਲਾਂ ਇਜ਼ਰਾਈਲ ਨੇ ਇਜਿਪਟ ਦੇ ਸਿਨਾਈ ਇਲਾਕੇ ਨੂੰ ਛੱਡ ਦਿੱਤਾ। ਸਾਲ 2005 ਵਿੱਚ ਗਾਜ਼ਾ ਤੋਂ ਆਪਣੀ ਫੌਜ ਅਤੇ ਹਜ਼ਾਰਾਂ ਨਾਗਰਿਕਾਂ ਨੂੰ ਵੀ ਵਾਪਸ ਬੁਲਾ ਲਿਆ। ਗਾਜ਼ਾ ਪੱਟੀ ਤੇ ਸਾਲ 2007 ਤੋਂ ਬਾਅਦ ਹਮਾਸ ਦਾ ਕੰਟਰੋਲ ਹੈ, ਤਾਂ ਫਿਲਿਸਤੀਨੀ ਲੋਕ ਮੁੱਖ ਤੌਰ ਤੇ ਗਾਜ਼ਾ ਅਤੇ ਵੈਸਟਰਨ ਬੈਂਕ ਵਿੱਚ ਰਹਿੰਦੇ ਨੇ। ਇਨ੍ਹਾਂ ਹੀ ਦੋ ਇਲਾਕਿਆਂ ਨੂੰ ਦੁਨੀਆ ਫਿਲਿਸਤੀਨ ਦੇ ਨਾਮ ਨਾਲ ਜਾਣਦੀ ਹੈ। ਇਹ ਇੱਕ ਨਾਮ ਦਾ ਹੀ ਦੇਸ਼ ਬਚਿਆ ਹੈ, ਕਿਉਂਕਿ ਇਸ ਦੀ ਨਾ ਆਪਣੀ ਕੋਈ ਫੌਜ ਹੈ, ਨਾ 에ਅਰ ਫੋਰਸ ਹੈ, ਨਾ ਹਥਿਆਰ ਰੱਖਣ ਦੀ ਇਜਾਜ਼ਤ ਹੈ। ਸਾਫ਼ ਸ਼ਬਦਾਂ ਵਿੱਚ ਕਹੀਏ ਤਾਂ ਇਨਡਾਇਰੈਕਟ ਤੌਰ ਤੇ ਇੱਥੇ ਵੀ ਇਜ਼ਰਾਈਲ ਹੀ ਨਜ਼ਰ ਰੱਖਦਾ ਹੈ। ਜੇਕਰ ਇਹਨਾਂ ਇਲਾਕਿਆਂ ਤੋਂ ਕੋਈ ਵੀ ਹਮਲਾ ਹੁੰਦਾ ਹੈ ਤਾਂ ਉਹ ਸਿਰਫ ਪੱਥਰ ਮਾਰਨ ਤੋਂ ਲੈ ਕੇ ਰਾਕਟ ਚਲਾਉਣ ਤੱਕ ਹੀ ਸੀਮਤ ਹੋ ਜਾਂਦਾ ਹੈ। ਗਾਜ਼ਾ ਪੱਟੀ ਤੇ ਹਮਾਸ ਦਾ ਕਬਜ਼ਾ ਹੈ। ਹਮਾਸ ਨੂੰ ਦੁਨੀਆ ਇੱਕ ਅੱਤਵਾਦੀ ਸੰਗਠਨ ਦੇ ਤੌਰ ਤੇ ਜਾਣਦੀ ਹੈ। ਗਾਜ਼ਾ ਪੱਟੀ ਦੀ ਇਜ਼ਰਾਈਲ ਨੇ ਨਾਕਾਬੰਦੀ ਕੀਤੀ ਹੋਈ ਹੈ। ਹਮਾਸ ਸੰਗਠਨ ਇਸ ਖੇਤਰ ਦੇ ਪ੍ਰਸ਼ਾਸਨ ਤੋਂ ਲੈ ਕੇ तमाम ਦੂਜੀਆਂ ਚੀਜ਼ਾਂ ਸੰਭਾਲਦਾ ਹੈ। ਹਮਾਸ ਨੂੰ ਇਜ਼ਰਾਈਲ
ਅਮਰੀਕਾ, ਯੂਰੋਪੀਅਨ ਯੂਨੀਅਨ, ਬ੍ਰਿਟੇਨ ਅਤੇ ਹੋਰ ਕਈ ਮੁਲਕ ਅੱਤਵਾਦੀ ਸੰਗਠਨ ਮੰਨਦੇ ਨੇ। ਕਿਹਾ ਜਾਂਦਾ ਕਿ ਗਾਜ਼ਾ ਪੱਟੀ ਦੇ ਅੰਦਰ ਹਮਾਸ ਲੜਾਕਿਆਂ ਨੇ ਖਾਸ ਤਰ੍ਹਾਂ ਦੀਆਂ ਸੁਰੰਗਾਂ ਬਣਾ ਰੱਖੀਆਂ ਨੇ। ਉੱਥੇ ਹੀ ਹਥਿਆਰ ਰੱਖੇ ਜਾਂਦੇ ਨੇ ਅਤੇ ਹੋਰ ਗਤੀਵਿਧੀਆਂ ਉੱਥੋਂ ਚਲਾਈਆਂ ਜਾਂਦੀਆਂ ਨੇ। ਅਸਮਾਨ ਵਿੱਚ ਆਤਿਸ਼ਬਾਜ਼ੀ ਦੀ ਤਰ੍ਹਾਂ ਦਿਖਾਈ ਦੇਣ ਵਾਲੇ ਇਹ ਹਮਾਸ ਦੇ ਰਾਕੇਟ ਹੀ ਨੇ ਜਿਨ੍ਹਾਂ ਨੂੰ ਇਜ਼ਰਾਈਲ ਦਾ 에ਅਰ ਡਿਫੈਂਸ ਸਿਸਟਮ ਨਾਕਾਮ ਕਰ ਦਿੰਦਾ ਹੈ। ਇਸੇ ਸਿਸਟਮ ਨੂੰ ਦੁਨੀਆ ਆਇਰਨ ਡੋਮ ਦੇ ਨਾਮ ਨਾਲ ਜਾਣਦੀ ਹੈ। ਇਸ ਆਇਰਨ ਡੋਮ ਤੋਂ ਬਚ ਕੇ ਕੁਝ ਇੱਕ ਰਾਕੇਟ ਇਜ਼ਰਾਈਲ ਵਿੱਚ ਡਿੱਗਦੇ ਵੀ ਨੇ ਜਿਸ ਦਾ ਨੁਕਸਾਨ ਬਹੁਤਾ ਨਹੀਂ ਹੁੰਦਾ। ਜਵਾਬ ਵਿੱਚ ਇਜ਼ਰਾਈਲ ਆਪਣੀ 에ਅਰ ਫੋਰਸ ਲਗਾ ਦਿੰਦਾ ਹੈ ਜਿਸ ਦੇ ਇੱਕ ਹਮਲੇ ਵਿੱਚ ਵੱਡੀ ਤਬਾਹੀ ਹੁੰਦੀ ਹੈ। ਹੁਣ ਇਜ਼ਰਾਈਲ ਨੇ ਠਾਣ ਲਿਆ ਹੈ ਕਿ ਹਮਾਸ ਨੂੰ ਪੂਰੀ ਤਰ੍ਹਾਂ ਬਰਬਾਦ ਕਰਕੇ ਰੱਖ ਦੇਗਾ। ਹੁਣ ਗੱਲ ਗਾਜ਼ਾ ਪੱਟੀ ਬਾਰੇ। ਗਾਜ਼ਾ ਇਜ਼ਰਾਈਲ ਅਤੇ ਭੂ-ਮੱਧ ਸਾਗਰ ਦੇ ਵਿਚਾਲੇ ਇੱਕ ਜ਼ਮੀਨ ਦਾ ਟੁਕੜਾ ਹੈ ਜਿਸ ਨੂੰ ਅਸੀਂ ਗਾਜ਼ਾ ਪੱਟੀ ਦੇ ਨਾਮ ਨਾਲ ਜਾਣਦੇ ਹਾਂ। ਇਹ ਦੋ ਹਿੱਸਿਆਂ ਵਿੱਚ ਵੰਡੇ ਫਲਸਤੀਨ ਦੇ ਖੇਤਰ ਵਿੱਚੋਂ ਇੱਕ ਹੈ, ਦੂਜੇ ਦਾ ਨਾਮ ਹੈ ਵੈਸਟ ਬੈਂਕ। ਗਾਜ਼ਾ ਪੱਟੀ ਦੀ ਆਬਾਦੀ 20 ਲੱਖ ਤੋਂ ਜ਼ਿਆਦਾ ਹੈ। ਇੱਥੇ ਨੌਜਵਾਨਾਂ ਦੀ ਗਿਣਤੀ ਸਭ ਤੋਂ ਵੱਧ ਹੈ। ਇਜ਼ਰਾਈਲ ਦੇ ਹਮਲੇ ਲਗਾਤਾਰ ਜਾਰੀ ਨੇ। ਹੁਣ ਇੱਥੇ ਸੰਕਟ ਇੰਨਾ ਡੂੰਘਾ ਹੋ ਗਿਆ ਹੈ ਕਿ ਨਾ ਲੋਕ ਘਰ ਦੇ ਅੰਦਰ ਸੁਰੱਖਿਅਤ ਨੇ ਨਾ ਘਰ ਦੇ ਬਾਹਰ। ਇਜ਼ਰਾਈਲ ਦੀ ਜ਼ਿੱਦ ਹੈ ਹਮਾਸ ਦਾ ਪੂਰੀ ਤਰ੍ਹਾਂ ਖਾਤਮਾ ਕਰਨ ਦੀ ਅਤੇ ਗਾਜ਼ਾ ਪੱਟੀ ਨੂੰ ਫੇਰ ਤੋਂ ਕਬਜ਼ੇ ਵਿੱਚ ਲੈਣ ਦੀ। ਹੁਣ ਗੱਲ ਯਰੂਸ਼ਲਮ ਦੀ ਅਤੇ ਯਹੂਦੀਆਂ ਵੱਲੋਂ ਇਜ਼ਰਾਈਲ ਨੂੰ ਆਪਣਾ ਦੇਸ਼ ਐਲਾਨੇ ਜਾਣ ਦੀ। ਜਦੋਂ ਫਲਸਤੀਨ ਵਿੱਚ ਯਹੂਦੀ ਦੇਸ਼ ਇਜ਼ਰਾਈਲ ਬਣਾਉਣ ਦੀ ਗੱਲ ਹੋਈ ਤਾਂ ਇੱਥੇ ਇੱਕ ਸ਼ਹਿਰ ਯਰੂਸ਼ਲਮ ਵੀ ਸੀ। ਇਸ ਨੂੰ ਵੀ ਲੈ ਕੇ ਵਿਵਾਦ ਸ਼ੁਰੂ ਹੋਇਆ ਕਿ ਇਹ ਸ਼ਹਿਰ ਕਿਸ ਦਾ ਹੋਏਗਾ। ਉਸ ਵੇਲੇ ਸੰਯੁਕਤ ਰਾਸ਼ਟਰ ਨੇ ਇਸ ਨੂੰ ਕੌਮਾਂਤਰੀ ਸ਼ਹਿਰ ਐਲਾਨ ਦਿੱਤਾ ਅਤੇ ਆਪਣੇ ਅਧਿਕਾਰ ਵਿੱਚ ਲੈ ਲਿਆ। ਇਸ ਸ਼ਹਿਰ ਦਾ ਵੱਡਾ ਇਤਿਹਾਸਿਕ ਮਹੱਤਵ ਹੈ। ਯਰੂਸ਼ਲਮ ਈਸਾਈਆਂ, ਯਹੂਦੀਆਂ ਅਤੇ ਮੁਸਲਮਾਨਾਂ ਦੇ ਲਈ ਪਵਿੱਤਰ ਸ਼ਹਿਰ ਹੈ। ਯਰੂਸ਼ਲਮ ਵੈਸਟ ਬੈਂਕ ਦੇ ਕੋਲ ਹੀ ਇੱਕ ਛੋਟਾ ਜਿਹਾ ਇਲਾਕਾ ਹੈ। ਯਰੂਸ਼ਲਮ ਦੇ ਈਸਾਈ ਇਲਾਕੇ ਵਿੱਚ ਦ ਚਰਚ ਆਫ ਦ ਹੋਲੀ ਸੈਪਲਕਰ ਹੈ। ਇਹ ਦੁਨੀਆ ਭਰ ਦੇ ਈਸਾਈਆਂ ਦੀ ਆਸਥਾ ਦਾ ਕੇਂਦਰ ਹੈ। ਇੱਥੇ ਹੀ ਈਸਾ ਮਸੀਹ ਨੂੰ ਸੂਲੀ ਤੇ ਚੜਾਇਆ ਗਿਆ ਸੀ। ਦੁਨੀਆ ਭਰ ਦੇ ਕਰੋੜਾਂ ਈਸਾਈਆਂ ਦੇ ਲਈ ਇਹ ਧਾਰਮਿਕ ਆਸਥਾ ਦਾ ਮੁੱਖ ਕੇਂਦਰ ਹੈ। ਮੁਸਲਮਾਨਾਂ ਦੇ ਲਈ ਇਹ ਇਲਾਕਾ ਮੱਕਾ ਅਤੇ ਮਦੀਨਾ ਤੋਂ ਬਾਅਦ ਸਭ ਤੋਂ ਪਵਿੱਤਰ ਥਾਂ ਹੈ। ਇੱਥੇ ਸਥਿਤ ਹੈ ਮਸਜਿਦ ਅਲ ਅਕਸਾ। ਮੁਸਲਮਾਨਾਂ ਦਾ ਵਿਸ਼ਵਾਸ ਹੈ ਕਿ ਪੈਗੰਬਰ ਮੁਹੰਮਦ ਨੇ ਮੱਕਾ ਤੋਂ ਬਾਅਦ ਇੱਥੇ ਦੀ ਯਾਤਰਾ ਕੀਤੀ ਸੀ। ਮੁਸਲਮਾਨ ਹਰ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਇਸ ਪਵਿੱਤਰ ਸਥਾਨ ਤੇ ਆਉਂਦੇ ਨੇ। ਯਹੂਦੀਆਂ ਦੇ ਲਈ ਵੀ ਇਹ ਇਲਾਕਾ ਪਵਿੱਤਰ ਹੈ ਕਿਉਂਕਿ ਇੱਥੇ ਹੈ ਵਾਲ ਆਫ ਦਾ ਮਾਊਂਟ। ਮੰਨਿਆ ਜਾਂਦਾ ਕਿ ਕਦੇ ਯਹੂਦੀਆਂ ਦਾ ਪਵਿੱਤਰ ਮੰਦਰ ਇਸੇ ਸਥਾਨ ਤੇ ਸੀ। ਯਹੂਦੀਆਂ ਦਾ ਵਿਸ਼ਵਾਸ ਹੈ ਕਿ ਇਹ ਉਹੀ ਸਥਾਨ ਹੈ ਜਿੱਥੇ ਸੰਸਾਰ ਦਾ ਨਿਰਮਾਣ ਸ਼ੁਰੂ ਹੋਇਆ ਸੀ। ਇੱਥੇ ਹੀ ਪੈਗੰਬਰ ਇਬਰਾਹਿਮ ਨੇ ਆਪਣੇ ਬੇਟੇ ਇਸ਼ਹਾਕ ਦੀ ਬਲੀ ਦੇਣ ਦੀ ਤਿਆਰੀ ਕੀਤੀ ਸੀ। ਇੱਥੇ ਹਰ ਸਾਲ ਲੱਖਾਂ ਯਹੂਦੀ ਪਹੁੰਚਦੇ ਨੇ। ਇਸੇ ਲਈ ਯਹੂਦੀਆਂ ਨੂੰ ਲੱਗਦਾ ਹੈ ਕਿ ਇਹੀ ਥਾਂ ਉਹਨਾਂ ਦੇ ਬਜ਼ੁਰਗਾਂ ਦੀ ਥਾਂ ਹੈ। ਇਸ ਲਈ ਇਜ਼ਰਾਈਲ ਮੁਲਕ ਬਣਿਆ। ਇੱਕ ਗੱਲ ਹੋਰ ਵੀ ਦਿਲਚਸਪ ਹੈ ਕਿ ਯਰੂਸ਼ਲਮ ਸ਼ਹਿਰ ਨਾਲ ਬਾਬਾ ਸ਼ੇਖ ਫਰੀਦ ਦਾ ਵੀ ਰਿਸ਼ਤਾ ਹੈ। ਇੱਥੇ ਪੁਰਾਣੇ ਸ਼ਹਿਰ ਵਿੱਚ ਇੱਕ ਥਾਂ ਹੈ ਇੰਡੀਅਨ ਹੌਸਪਿਸ। ਮੰਨਿਆ ਜਾਂਦਾ ਹੈ ਕਿ ਇੱਥੇ ਸੈਂਕੜਾਂ ਸਾਲ ਪਹਿਲਾਂ ਬਾਬਾ ਸ਼ੇਖ ਫਰੀਦ ਆ ਕੇ ਰਹੇ ਸੀ। ਕੁਝ ਸਾਲਾਂ ਬਾਅਦ ਉਹ ਪੰਜਾਬ ਆ ਗਏ ਜਿੱਥੇ ਉਹਨਾਂ ਦਾ ਦੇਹਾਂਤ ਹੋਇਆ। ਹੁਣ ਗੱਲ ਇਜ਼ਰਾਈਲ ਦੀ ਖੂਫੀਆ ਏਜੰਸੀ ਮੋਸਾਦ ਦੀ। ਮੋਸਾਦ ਦੁਨੀਆ ਦੀ ਤੇਜ਼ ਤਰਾਰ ਖੂਫੀਆ ਏਜੰਸੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ। ਇਸ ਦੇ ਏਜੰਟ ਫਿਲਸਤੀਨੀ ਗਰੁੱਪਾਂ ਦੇ ਇਲਾਵਾ ਲਿਬਨਾਨ, ਸੀਰੀਆ ਅਤੇ ਦੁਨੀਆ ਵਿੱਚ ਹਰ ਥਾਂ ਮੌਜੂਦ ਨੇ। ਪਲਾਂ ਵਿੱਚ ਦੁਸ਼ਮਣ ਦਾ ਕਤਲ ਕਿਵੇਂ ਕਰਨਾ ਹੈ ਇਹ ਏਜੰਸੀ ਬਖੂਬੀ ਜਾਣਦੀ ਹੈ। ਅੰਤ ਵਿੱਚ ਗੱਲ ਕਰਦੇ ਹਾਂ ਕਿ ਕਿਹੜੇ-ਕਿਹੜੇ ਮੁਲਕ ਇਜ਼ਰਾਈਲ ਦੇ ਨਾਲ ਨੇ, ਕਿਹੜਾ ਦੇਸ਼ ਇਸ ਦੇ ਖਿਲਾਫ ਹੈ ਅਤੇ ਸਭ ਤੋਂ ਅਹਿਮ ਸਵਾਲ ਕਿ ਭਾਰਤ ਕਿਸ ਪਾਸੇ ਹੈ। ਅਮਰੀਕਾ, ਫਰਾਂਸ, ਬ੍ਰਿਟੇਨ ਤੋਂ ਇਲਾਵਾ ਜਰਮਨੀ, ਇਟਲੀ ਸਮੇਤ ਕਈ ਪੱਛਮੀ ਮੁਲਕ ਇਜ਼ਰਾਈਲ ਦੇ ਨਾਲ ਨੇ। ਦੂਜੇ ਪਾਸੇ ਅਰਬ ਦੇਸ਼ ਜਾਰਡਨ, ਸੀਰੀਆ, ਸਾਊਦੀ ਅਰਬ, ਇਜਿਪਟ, ਈਰਾਨ ਇਹ ਸਭ ਫਿਲਸਤੀਨ ਦੇ ਨਾਲ ਨੇ। ਗੱਲ ਭਾਰਤ ਦੀ ਕਰੀਏ ਤਾਂ ਭਾਰਤ ਹਮੇਸ਼ਾ ਤੋਂ ਇਜ਼ਰਾਈਲ ਅਤੇ ਫਿਲਸਤੀਨ ਦੋਨਾਂ ਦਾ ਸਮਰਥਨ ਕਰਦਾ ਰਿਹਾ ਹੈ, ਪਰ ਅੱਤਵਾਦ ਦੇ ਖਿਲਾਫ ਭਾਰਤ ਦਾ ਰੁਖ ਹਮੇਸ਼ਾ ਤੋਂ ਹੀ ਸਪਸ਼ਟ ਰਿਹਾ ਹੈ। ਇਜ਼ਰਾਈਲ ਦੇ ਨਾਲ ਭਾਰਤ ਦੇ ਰਿਸ਼ਤੇ ਹਮੇਸ਼ਾ ਤੋਂ ਹੀ ਚੰਗੇ ਰਹੇ ਨੇ। ਭਾਰਤ ਦੇ ਨਾਲ ਇਜ਼ਰਾਈਲ ਦਾ ਵਪਾਰ 7.5 ਬਿਲੀਅਨ ਅਮਰੀਕੀ ਡਾਲਰ ਤੋਂ ਵੀ ਜ਼ਿਆਦਾ ਹੈ। ਇਸ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਭਾਰਤ ਇਜ਼ਰਾਈਲ ਤੋਂ ਹਥਿਆਰ ਮੰਗਵਾਉਂਦਾ ਹੈ। ਇਸ ਦੇ ਬਾਵਜੂਦ ਭਾਰਤ ਨੇ ਇਜ਼ਰਾਈਲ ਦੀ ਵਿਸਤਾਰਵਾਦੀ ਨੀਤੀ ਦਾ ਸਮਰਥਨ ਕਰਨ ਵਿੱਚ ਹਮੇਸ਼ਾ ਗੁਰੇਜ਼ ਕੀਤਾ ਹੈ। ਹੁਣ ਸਵਾਲ ਇਹ ਹੈ ਕਿ ਫਿਲਸਤੀਨ ਦੇ ਨਾਲ ਭਾਰਤ ਹੈ ਜਾਂ ਨਹੀਂ। ਭਾਰਤ ਨੂੰ ਇੱਕ ਗੱਲ ਸਾਫ਼-ਸਾਫ਼ ਪਤਾ ਹੈ ਕਿ ਉਸ ਨੂੰ ਫਿਲਸਤੀਨ ਤੋਂ ਸਿੱਧੇ ਤੌਰ ਤੇ ਕੋਈ ਫਾਇਦਾ ਨਹੀਂ ਹੈ, ਪਰ ਉਸ ਦਾ ਸਮਰਥਨ ਕਰਨ ਨਾਲ ਅਰਬ ਮੁਲਕਾਂ ਨਾਲ ਉਸ ਦੇ ਰਿਸ਼ਤੇ ਚੰਗੇ ਰਹਿਣਗੇ। ਤੇਲ, ਗੈਸ ਵਰਗੀਆਂ ਚੀਜ਼ਾਂ ਇੰਪੋਰਟ ਹੁੰਦੀਆਂ ਰਹਿਣਗੀਆਂ, ਭਾਰਤ ਐਕਸਪੋਰਟ ਵੀ ਜਾਰੀ ਰੱਖੇਗਾ। ਅਰਬ ਦੇਸ਼ਾਂ ਵਿੱਚ ਲੱਖਾਂ ਦੀ ਗਿਣਤੀ ਵਿੱਚ ਭਾਰਤੀ ਲੋਕ ਕੰਮ ਕਰਦੇ ਨੇ, ਉਹਨਾਂ ਤੇ ਵੀ ਕਿਸੇ ਤਰ੍ਹਾਂ ਦਾ ਕੋਈ ਸੰਕਟ ਨਹੀਂ ਆਏਗਾ। ਭਾਰਤ ਸ਼ੁਰੂ ਤੋਂ ਹੀ ਫਿਲਸਤੀਨ ਦਾ ਵੀ ਸਮਰਥਨ ਕਰਦਾ ਰਿਹਾ ਹੈ। ਸਾਲ 1947 ਵਿੱਚ ਭਾਰਤ ਨੇ
ਸੰਯੁਕਤ ਰਾਸ਼ਟਰ ਸੰਘ ਵਿੱਚ ਫਿਲਿਸਤੀਨ ਦੀ ਵੰਡ ਦੇ ਖਿਲਾਫ ਵੋਟ ਕੀਤਾ ਸੀ। ਹੁਣ ਮੌਜੂਦਾ ਹਾਲਾਤ ਇਹ ਨੇ ਕਿ ਇਜ਼ਰਾਈਲ ਅਤੇ ਹਮਾਸ ਲੜਾਕਿਆਂ ਦੇ ਵਿਚਾਲੇ ਮਰਨ ਮਾਰਨ ਦੀ ਜੰਗ ਛਿੜੀ ਹੋਈ ਹੈ। ਗਾਜ਼ਾ ਪੱਟੀ ਵਿੱਚ ਰੋਜ਼ ਧਮਾਕੇ ਹੋ ਰਹੇ ਨੇ, ਸ਼ਹਿਰ ਬਰਬਾਦ ਹੁੰਦੇ ਜਾ ਰਹੇ ਨੇ। ਇਹ ਜੰਗ ਕੌਣ ਜਿੱਤੇਗਾ ਇਹ ਵੇਖਣਾ ਅਹਿਮ ਨਹੀਂ ਹੋਏਗਾ। ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਇਸ ਖੂਨੀ ਜੰਗ ਵਿੱਚ ਮਾਸੂਮ ਲੋਕ ਜ਼ਿੰਦਗੀ ਦੀ ਜੰਗ ਹਾਰ ਰਹੇ ਨੇ। ਆਪਣੇ ਹੱਥਾਂ ਵਿੱਚ ਆਪਣੇ ਬੱਚਿਆਂ ਦੀਆਂ ਲਾਸ਼ਾਂ ਲੈ ਕੇ ਸੜਕਾਂ ਤੇ ਲੋਕ ਚੀਕ ਰਹੇ ਨੇ। ਚੀਕਦੇ ਲੋਕਾਂ ਦੀ ਆਵਾਜ਼ ਬੰਬ ਅਤੇ ਬੰਦੂਕਾਂ ਦੀ ਆਵਾਜ਼ ਨੂੰ ਵੀ ਹੌਲਾ ਕਰ ਰਹੀ ਹੈ।